Hey guys, this is Suraj. Welcome back, guys. उम्मीद करता हूँ सारे बढ़िया होगे. Sorry for late videos. Actually, a little bit I'm not well. So guys, आप start करते हैं process start. Process start means कि अपने task वाले ਵਿੱਚ a little bit tough ਮੰਨਿਆ ਜਾਂਦਾ ਵਾ. So ਆਪਾਂ ਇਹ basic ਤੋਂ ਸਿੱਖਾਂਗੇ. ਇਹਦੇ ਵਿੱਚ pattern ਕੀ ਹੁੰਦਾ. ਇਹ ਸਭ ਤੋਂ ਪਹਿਲਾਂ ਆਪਾਂ ਨੂੰ like other tasks ਆਪਾਂ ਨੂੰ ਜਾਂ ਫਿਰ topics ਆਪਾਂ ਨੂੰ introduction ਦੇਣੀ ਪੈਂਦੀ ਹੈ. Then overall body paragraph 1 body paragraph 2 गाइस देखो जिवें कि होर भी टास्क है चाहे ए आ ओवरऑल ਤੁਸੀਂ ਇੱਥੇ ਵੀ ਲਿਖ ਸਕਦੇ ਹੋ ਪੈਟਰਨ ਦੋਨੋਂ ਹੀ ਸਹੀ ਆ ਸੋ ਹੁਣ ਆਪਾਂ ਇਹਨੂੰ ਡਿਟੇਲਸ ਦੇ ਵਿੱਚ ਕਰਾਂਗੇ ਤੁਸੀਂ ਹੁਣ ਆਪਣੇ ਨੈਕਸਟ ਸਕਰੀਨ ਤੇ ਇੱਕ ਚਾਰਟ ਦੇਖੋਗੇ ਜਿਹੜਾ ਕਿ ਤੁਹਾਡੇ ਲਈ ਆਪਾਂ ਨੂੰ ਡਿਸਕ੍ਰਾਈਬ ਕਰਨਾ ਸੌਖਾ ਹੋ ਜਾਊਗਾ ਸੋ ਤੁਸੀਂ ਅੱਗੇ ਟਾਸਕ ਦੇਖੋ ਉਸ ਤੋਂ ਬਾਅਦ ਆਪਾਂ ਇਹਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰਾਂਗੇ ਬਸ ਜਿਵੇਂ ਕਿ ਤੁਸੀਂ ਲਾਸਟ ਜਿਹੜੀ ਆਪਣੀ ਸਕਰੀਨ ਦੇ ਉੱਤੇ ਇੱਕ ਪਿਕਚਰ ਦੇਖੀ ਹੋਗੀ ਜੋ ਕਿ ਦੱਸ ਰਹੀ ਸੀਗੀ shows about coffee production ਜਿਹੜੀ ਕਿ ਕਾਫੀ ਪ੍ਰੋਡਕਸ਼ਨ ਦੇ ਬਾਰੇ ਤੁਹਾਨੂੰ ਇੱਕ ਪਿਕਚਰ ਆਈ ਸੀ ਗਾਇਸ ਆਪਾਂ ਉਸ ਚੀਜ਼ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਆਪਾਂ ਮੇਨ ਚੀਜ਼ਾਂ ਤੇ ਫੋਕਸ ਕਰਾਂਗੇ ਇਹਦੇ ਵਿੱਚ ਕਰਨਾ ਕੀ ਹੁੰਦਾ ਇੱਕ ਤੁਸੀਂ ਮੇਨਲੀ ਇੰਟਰੋਡਕਸ਼ਨ ਦੇਣੀ ਹੁੰਦੀ ਹੈ ਨੈਕਸਟ ਤੁਸੀਂ ਜਿਹੜੀਆਂ ਸਟੇजेस ਹੁੰਦੀਆਂ ਉਹਨਾਂ ਨੂੰ ਡਿਸਕ੍ਰਾਈਬ ਕਰਨਾ ਹੁੰਦਾ ਡਿਸਕ੍ਰਾਈਬ ਸਟੇजेस ਕਿਉਂਕਿ ਸਟੇजेस ਦੇ ਵਿੱਚ ਹੁੰਦਾ ਐਂਡ ਯੂਜ਼ਿੰਗ ਕਿਹੜਾ ਐਕਟਿਵ ਐਂਡ ਪੈਸਿਵ ਸਟਰਕਚਰ ਇਹਦੇ ਵਿੱਚ ਐਕਟਿਵ ਐਂਡ ਪੈਸਿਵ ਸਟਰਕਚਰ ਦਾ ਹੀ ਯੂਜ਼ ਹੁੰਦਾ ਆਪਾਂ ਉਸ ਨੂੰ ਯੂਜ਼ ਕਰਕੇ ਇਹਨੂੰ ਟਾਸਕ ਨੂੰ ਜਾਂ ਆਪਾਂ ਕਹਿ ਦਈਏ ਪ੍ਰੋਸੈਸ ਚਾਰਟ ਨੂੰ ਕਰਨਾ ਹੁੰਦਾ ਮੇਨ ਇਹ ਚੀਜ਼ਾਂ ਤੇ ਫੋਕਸ ਕਰਨਾ ਹੁੰਦਾ ਇੰਟਰੋਡਕਸ਼ਨ ਡਿਸਕ੍ਰਾਈਬ ਸਟੇजेस ਹੁੰਦੇ ਆ ਆਬਵੀਅਸਲੀ ਜਿਵੇਂ ਕਿ ਲਾਸਟ ਸਕਰੀਨ ਦੇ ਵਿੱਚ ਦੇਖਿਆ ਹੋਗਾ ਸਟੇजेस ਦੇ ਵਿੱਚ ਗੱਲ ਕੀਤੀ ਹੋਈ ਆ ਐਕਟਿਵ ਐਂਡ ਪੈਸਿਵ ਸਟਰਕਚਰ ਯੂਜ਼ ਕਰਨਾ ਸੋ ਮੇਨਲੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਸੋ ਨੈਕਸਟ ਆਪਾਂ ਮੂਵ ਕਰਦੇ ਹਾਂ ਕਿ ਇੰਟਰੋਡਕਸ਼ਨ ਨੂੰ ਆਪਾਂ ਇਹਦੇ ਵਿੱਚ ਕਿਵੇਂ ਕਰਨਾ ਵਾ बेसिकली अपन टिप्स कह सकते हैं ਇਹਦੇ ਜਿਹੜੀ ਇੰਟਰੋਡਕਸ਼ਨ ਆ ਉਸ ਨੂੰ ਰੀਫਰੇਜ਼ ਕਰਨਾ ਆਪਾਂ ਤੇ ਗਾਇਸ ਆਪਾਂ ਇਹਨੂੰ ਰੀਫਰੇਜ਼ ਕਿਵੇਂ ਕਰ ਸਕਦੇ ਆ ਲਾਈਕ ਦਾ ਪ੍ਰੋਵਾਈਡਡ ਕਾਮਨਲੀ ਵਰਡ ਸੀ ਹਰ ਕਿਸੇ ਇੱਕ ਟਾਸਕ ਵਿੱਚ ਯੂਜ਼ ਕਰ ਸਕਦੇ ਹੋ ਕਿਹੜਾ ਹੁਣ ਆਪਣੇ ਕੋਲੇ ਪ੍ਰੋਸੈਸ ਚਾਰਟ ਦਾ ਪ੍ਰੋਵਾਈਡਡ ਪ੍ਰੋਸੈਸ ਚਾਰਟ shows या फिर illustrate right कादे बारे अपन शो कर रहे हैं about how coffee is produced basically अपन दस रहा है ਜਿਹੜਾ ਪ੍ਰੋਸੈਸ ਚਾਰਟ ਹੈ ਉਹ ਕੀ ਸ਼ੋ ਕਰ ਰਿਹਾ ਹੈ ਕਿ ਕਿਵੇਂ ਕਾਫੀ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ राइट इस तरह आप अपनी इंट्रोडक्शन ਨੂੰ ਰੀਫਰੇਜ਼ ਕਰਨਾ ਹੁੰਦਾ ਹੈ ਸੋ ਇਹ ਆਪਣਾ ਇੰਟਰੋਡਕਸ਼ਨ ਦਾ ਪਾਰਟ ਨੈਕਸਟ ਨੂੰ ਆਪਾਂ ਮੂਵ ਕਰਦੇ ਹਾਂ ਬਸ ਜਿਵੇਂ ਕਿ ਆਪਾਂ ਹੁਣੇ ਇੰਟਰੋਡਕਸ਼ਨ ਨੂੰ ਰੀਫਰੇਜ਼ ਕਰਨਾ ਸਿੱਖ ਕੇ ਹਟੇ ਹਾਂ ਨੈਕਸਟ ਆਪਣੇ ਬਾਡੀ ਪੈਰਾਗ੍ਰਾਫਸ ਜੋ ਕਿ ਮੇਨ ਕੰਟੈਂਟ ਆ ਉਹ ਆ ਜਾਂਦਾ ਸਭ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਕਨੈਕਟਰਸ ਦੀ ਗੱਲ ਕਰਾਂਗੇ ਇਹਨਾਂ ਨੂੰ ਆਪਾਂ ਕਿਵੇਂ ਸਟਾਰਟ ਕਰ ਸਕਦੇ ਹਾਂ ਜਾਂ ਫਿਰ ਲਿਖ ਸਕਦੇ ਹਾਂ ਇਹਦੇ ਵਿੱਚ ਆਪਾਂ ਗਾਇਸ ਵਰਡ ਯੂਜ਼ ਕਰ ਸਕਦੇ ਹਾਂ ਇਨ ਦਾ ਬਿਗਿਨਿੰਗ ਜਾਂ ਫਿਰ ਇਨ ਦਾ ਫਰਸਟ ਸਟੈਪ in the second stage or step guys ਜੇ ਤੁਹਾਨੂੰ ਲੱਗਦਾ ਰਿਪੀਟ ਹੋ ਰਿਹਾ ਵਰਡ ਸਟੈਪ ਸਟੇਜ ਇਹ ਦੋਨਾਂ ਦਾ ਮੀਨਿੰਗ ਸੇਮ ਹੈ ਚੇਂਜ ਕਰਕੇ ਲਿਖੀ ਜਾਇਓ in the following stage in the next step or stage ਉਹ ਆਪਾਂ ਲਿਖ ਸਕਦੇ ਹਾਂ आफ्टर दैट ये वर्ड इकट्ठा होगा कई जने स्पेस पा के लिख दिया सो नहीं आएगा एंड नेक्स्ट इस देन ये ਤੁਹਾਡੇ ਕੋਲ ਲਾਸਟ ਸਟੇਜ ਹੈ ਉਸ ਦੇ ਲਈ ਇਨ ਦਾ ਲਾਸਟ ਸਟੇਜ ਇਹ ਬਿਲਕੁਲ ਲਾਸਟ ਸਟੇਜ ਵਾਲੇ ਦੇ ਲਈ ਆਏਗਾ ਜਾਂ ਫਿਰ ਇਨ ਦਾ ਫਾਈਨਲ ਸਟੈਪ ਲਾਈਕ ਗਾਇਸ ਤੁਸੀਂ ਦੋ ਬॉडी ਪੈਰਾਗ੍ਰਾਫਸ ਇਹਦੇ ਬਣਾਉਣੇ ਹੁੰਦੇ ਆ ਲਾਈਕ ਤੁਹਾਡੇ ਕੋਲ 10 ਸਟੇजेस ਆ 5 ਨੂੰ ਤੁਸੀਂ ਇੱਕ BP ਦੇ ਵਿੱਚ ਲਿਖ ਦਿੰਦੇ ਹੋ BP2 ਤੁਹਾਡਾ ਸਟਾਰਟ ਹੋਊਗਾ 6th ਸਟੇਜ ਤੋਂ ਸੋ ਉਸ ਲਈ ਤੁਸੀਂ ਇਨ ਦਾ
सिक्स्थ स्टेप या स्टेज इस तरह भी लिख सकते हो, एक कनेक्टर ਨੂੰ ਇਸ ਤਰ੍ਹਾਂ ਹੋਰ ਵੀ ਐਡ ਕਰ ਸਕਦੇ ਹੋ। ਸੋ ਬੇਸਿਕਲੀ ਸਭ ਤੋਂ ਪਹਿਲਾਂ ਆਪਾਂ ਨੂੰ ਕਨੈਕਟਰਸ ਦਾ ਪਤਾ ਹੋਵੇ ਆਪਾਂ ਕਿਹੜੇ ਯੂਜ਼ ਕਰਨੇ ਆ, ਇਹ ਤੁਹਾਡੇ ਕਨੈਕਟਰ ਰਹਿਣਗੇ, ਦੈਨ ਆਪਾਂ ਨੂੰ ਬਣਾਉਣਾ ਵੀ ਸੌਖਾ ਹੋ ਜਾਂਦਾ। ਹੁਣ ਆਪਾਂ ਜਿਵੇਂ ਲਾਸਟ ਤੇ ਡਿਸਕਸ ਕਰਕੇ ਹਟਿਆ, ਨਾਰਮਲੀ ਜਸਟ ਐਕਟਿਵ ਐਂਡ ਪੈਸਿਵ ਦੀ ਫਾਰਮ ਯੂਜ਼ ਕਰਕੇ ਆਪਾਂ ਪ੍ਰੋਸੈਸ ਚਾਰਟ ਨੂੰ ਬਣਾਉਂਦੇ ਜਾਵਾਂਗੇ। ਹੁਣ ਆਪਾਂ ਅੱਗੇ ਦੇਖਦੇ ਆ ਆਪਣਾ ਪ੍ਰੋਸੈਸ ਚਾਰਟ ਕਾਫੀ ਵਾਲਾ, ਉਹਦੇ ਫਸਟ ਸਟੈਪ ਨੂੰ ਆਪਾਂ ਲੈ ਕੇ ਥੋੜਾ ਜਿਹਾ ਐਕਸਪਲੇਨ ਕਰਾਂਗੇ ਤਾਂ ਕਿ ਤੁਹਾਨੂੰ ਹੋਰ ਜ਼ਿਆਦਾ ਸਮਝ ਆ ਜਾਵੇ। ਗੈਸ ਜਿਵੇਂ ਕਿ ਤੁਸੀਂ ਫਸਟ ਸਟੇਜ ਦੇ ਵਿੱਚ ਦੇਖੋਗੇ, ਪਿਕ ਦਾ ਕਾਫੀ ਬੀਨਸ ਮੀਨਸ ਕਿ ਜਿਹੜੇ ਕਾਫੀ ਬੀਨਸ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਪਿਕ ਕੀਤਾ ਜਾਂਦਾ ਫੀਲਡਸ ਦੇ ਵਿੱਚੋਂ, ਦੈਨ ਅੱਗੇ ਇੱਕ ਇੱਕ ਕਰਕੇ ਸਟੈਪ ਅੱਗੇ ਮੂਵ ਹੁੰਦਾ ਵਾ, ਲਾਈਕ ਡਰਾਈ ਕੀਤਾ ਜਾਂਦਾ, ਉਹਨਾਂ ਨੂੰ ਰੋਸਟ ਕੀਤਾ ਜਾਂਦਾ, ਕੂਲ ਕੀਤਾ ਜਾਂਦਾ, ਰੈਪਿਡਲੀ ਗ੍ਰਿੰਡ ਕੀਤਾ ਜਾਂਦਾ। ਸੋ ਆਪਾਂ ਇਹਨੂੰ ਹੁਣ ਥੋੜ੍ਹਾ ਜਿਹਾ ਬੋਰਡ ਦੇ ਉੱਤੇ ਹੋਰ ਕਲੀਅਰ ਕਰਾਂਗੇ। ਜਿਵੇਂ ਕਿ ਹੁਣ ਤੁਸੀਂ ਸਕਰੀਨ ਤੇ ਦੇਖ ਕੇ ਹਟੋ ਜਾਂ ਆਪਾਂ ਡਿਸਕਸ ਕੀਤਾ ਕਿ ਜਿਹੜਾ ਆਪਣੇ ਕੋਲ ਪਹਿਲੇ ਸਟੈਪ ਦੇ ਵਿੱਚ ਕੀ ਆ, ਜਿਹੜੇ ਕਾਫੀ ਬੀਨਸ ਆ ਉਹਨਾਂ ਨੂੰ ਪਿਕ ਕੀਤਾ ਜਾ ਰਿਹਾ ਹਨਾ, ਪਿਕ ਹੋ ਰਹੇ ਆ। ਇਹ ਆਪਣੇ ਕੋਲ ਪਹਿਲੀ ਸਟੇਜ ਦੇ ਵਿੱਚ ਸੀਗਾ, ਤੇ ਜਿਹੜੀ ਦੂਸਰੀ ਸਟੇਜ ਸੀ ਉਹਦੇ ਵਿੱਚ ਜਿਹੜੇ ਉਹਨਾਂ ਨੂੰ ਡਰਾਈ ਦੈਨ ਮਤਲਬ ਕਿ ਡਰਾਈ ਕੀਤਾ ਜਾ ਰਿਹਾ। ਸੋ ਆਪਾਂ ਪਹਿਲੇ ਦੋ ਸਟੈਪਸ ਨੂੰ ਥੋੜਾ ਡਿਟੇਲਸ ਦੇ ਵਿੱਚ ਡਿਸਕਸ ਕਰ ਲੈਣੇ ਆ, ਤੁਹਾਨੂੰ ਜ਼ਿਆਦਾ ਸਮਝ ਆ ਜਾਊਗਾ। ਮੰਨ ਲਓ ਆਪਾਂ ਬੋਡੀ ਪੈਰਾਗ੍ਰਾਫ 1 ਸਟਾਰਟ ਕਰ ਰਹੇ ਆ, ਆਪਾਂ ਕੀ ਲਿਖ ਸਕਦੇ ਆ, ਕੋਈ ਵੀ ਕਨੈਕਟਰ ਲਗਾ ਲਿਆ ਇਨ ਦਾ ਫਰਸਟ ਸਟੈਪ ਇਨ ਦਾ ਬਿਗਨਿੰਗ, ਜਿਵੇਂ ਆਪਾਂ ਹੁਣੇ ਡਿਸਕਸ ਕੀਤੇ ਸੀਗੇ। ਕੀ ਕਰਨਾ ਉਸ ਤੋਂ ਬਾਅਦ, ਕਾਫੀ ਬੀਨ ਪਿਕ। ਆਬਵੀਅਸ ਪਹਿਲੀ ਗੱਲ ਤਾਂ ਆਪਾਂ ਦੇਖਿਆ ਕਿ ਜਿਹੜੇ ਪਿਕ ਹੋ ਰਹੇ ਆ ਫੀਲਡ ਤੋਂ ਹੋ ਰਹੇ ਆ, ਇਹਦੇ ਵਿੱਚ ਗਾਇਸ ਆਪਾਂ ਥੋੜੀ ਮੋਟੀ ਐਕਸਟਰਾ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹੁੰਦੇ ਆ, ਬਟ ਰੈਲੇਵੈਂਟ ਹੋਵੇ, ਅਨਨੈਸੈਸਰੀ ਨਹੀਂ ਚੀਜ਼ਾਂ ਐਡ ਕਰਨੀਆਂ ਪ੍ਰੋਸੈਸ ਚਾਰਟ ਦੇ ਵਿੱਚ। ਦੇਖੋ ਕਾਫੀ ਬੀਨਸ ਪਿਕ ਹੁੰਦੇ ਵੇ ਕਿੱਥੋਂ ਹੁੰਦੇ ਵੇ, ਫੀਲਡ ਤੋਂ ਹੁੰਦੇ ਵੇ ਸੀ। ਸੋ ਆਪਾਂ ਕਿਵੇਂ ਲਿਖ ਸਕਦੇ ਆ, ਜਿਵੇਂ ਆਪਾਂ ਪਹਿਲਾਂ ਕਿਹਾ ਸੀ ਵੀ ਪੈਸਿਵ ਫਾਰਮ ਸਟਰਕਚਰ ਯੂਜ਼ ਹੋ ਸਕਦਾ, ਕਾਫੀ ਬੀਨਸ ਆਰ ਪਿਕਡ ਇਨ ਦਾ ਫੀਲਡਸ। ਠੀਕ ਹੈ ਜੀ, ਕਾਫੀ ਬੀਨਸ ਜਿਹੜੇ ਆਰ ਦੇ ਨਾਲ ਆਪਾਂ ਥਰਡ ਫਾਰਮ ਲਾ ਕੇ ਪੈਸਿਵ ਫਾਰਮ ਬਣਾਤੀ, ਕਾਫੀ ਬੀਨ ਸਬਜੈਕਟਾਂ ਨੂੰ ਅੱਗੇ ਲੈ ਆਂਦਾ, ਵਰਬ ਦੀ ਥਰਡ ਫਾਰਮ ਕਰਤੀ। ਕਾਫੀ ਬੀਨਸ ਆ ਜਿਹੜੇ ਪਿਕ ਕੀਤੇ ਜਾਂਦੇ ਫੀਲਡ ਦੇ ਵਿੱਚੋਂ। ਹੁਣ ਆਪਾਂ ਇਹਨੂੰ ਦੂਸਰਾ ਸਟੈਪ ਦੱਸਣਾ ਹੈ, ਕੋਈ ਵੀ ਕਨੈਕਟਰ ਲਗਾ ਸਕਦੇ ਹੋ ਇਨ ਦਾ ਫੋਲੋਇੰਗ ਸਟੇਜ, ਦੈਨ ਕੁਝ ਵੀ ਡਰਾਈ ਕੀਤੇ ਜਾਂਦੇ ਆ। ਤੁਸੀਂ ਦੇਖੋਗੇ ਸਕਰੀਨ ਦੇ ਵਿੱਚ ਉਹ ਇੱਕ ਸਨਲਾਈਟ ਦੇ ਅੰਡਰ ਡਰਾਈ ਹੋ ਰਹੇ ਆ, ਰਾਈਟ। ਸੋ ਆਪਾਂ ਕੀ ਕਰਾਂਗੇ, ਦੈਨ ਇਟ ਇਜ਼ ਜਾਂ ਫਿਰ ਇਹਨੂੰ ਆਪਾਂ ਬੀਨਸ ਦੀ ਗੱਲ ਸੀ, ਬੀਨਸ ਆਰ ਡਰਾਈਡ ਅੰਡਰ ਦਾ ਸਨਲਾਈਟ। ਸੋ ਇਸ ਤਰ੍ਹਾਂ ਆਪਾਂ ਇਹਨੂੰ ਪੈਸਿਵ ਫਾਰਮ ਦੇ ਵਿੱਚ ਬਣਾਉਂਦੇ ਜਾਣਾ, ਜਾਂ ਆਫਟਰ ਦਿਸ ਪ੍ਰੋਸੈਸ ਜਾਂ ਆਫਟਰ ਦੈਟ ਕੁਝ ਵੀ, ਆਫਟਰ ਦਿਸ ਪ੍ਰੋਸੈਸ ਜਾਂ ਆਫਟਰ ਦਿਸ ਸਟੇਜ ਇਨ ਦਾ ਫੋਲੋਇੰਗ ਸਟੇਜ, ਕੋਈ ਵੀ ਆਪਣਾ ਕਨੈਕਟਰ ਲਗਾ ਕੇ ਨੈਕਸਟ ਜਿਹੜਾ ਵੀ ਸਟੈਪ ਹੋਊਗਾ ਆਪਾਂ ਉਹ ਵਾਲਾ ਮੈਂਸ਼ਨ ਕਰ ਦੇਣਾ। ਇਸ ਤਰ੍ਹਾਂ ਆਪਣਾ ਪ੍ਰੋਸੈਸ ਚਾਰਟ ਦੇ ਵਿੱਚ ਆਪਾਂ ਫਾਰਮਸ ਨੂੰ ਬਣਾਉਂਦੇ ਜਾਣਾ। ਸੇਮ ਜਦੋਂ ਆਪਾਂ ਜੇ ਆਪਣੇ ਕੋਲ 11 ਸਟੇजेस ਹੈ, ਇਹਦੇ ਵਿੱਚ ਮੰਨ ਲਓ ਤੁਸੀਂ 5 ਤੋਂ 6 ਲਿਖ ਕੇ 7th ਜਾਂ 6th ਸਟੇਜ ਜੋ ਮੂਵ ਕਰਨਾ, ਤਾਂ ਸੇਮ ਜਿਵੇਂ ਤੁਹਾਨੂੰ ਕਨੈਕਟਰ ਦੱਸ ਕੇ ਹਟਿਆ ਸੀ ਬੋਡੀ ਪੈਰਾਗ੍ਰਾਫ 2 ਦੇ ਵਿੱਚ, ਕੀ ਕਰਨਾ ਤੁਸੀਂ ਇਨ ਦਾ 6th stage या फिर at the 6th stage of this process, it is here at the 6th stage of this process, जो भी ਤੁਹਾਡੀ ਪ੍ਰੋਸੈਸ ਦੀ ਸਟੇਜ ਹੋਗੀ ਉਸ ਨੂੰ ਤੁਸੀਂ ਮੈਂਸ਼ਨ ਕਰ ਦੇਣਾ। ਇਸ ਤਰ੍ਹਾਂ ਆਪਣਾ ਪ੍ਰੋਸੈਸ ਬਣਦਾ ਜਾਊਗਾ ਤੇ ਬਹੁਤ ਵਧੀਆ ਬਣ ਜਾਊਗਾ। ਨੈਕਸਟ ਨੂੰ ਆਪਾਂ ਗੱਲ ਕਰਾਂਗੇ, ਇਹਦਾ ਇੰਟਰੋ ਦੀ ਵੀ ਹੋਗੀ, ਬੋਡੀ ਪੈਰਾਗ੍ਰਾਫ 1 2 ਵੀ ਹੋ ਗਿਆ ਕਿ ਓਵਰਆਲ ਇਹਦੇ ਵਿੱਚ ਕਿਵੇਂ ਮੈਂਸ਼ਨ ਕਰਨਾ ਹੁੰਦਾ। ਇਹ ਤਾਂ ਓਵਰਆਲ ਵੀ ਬਹੁਤ ਈਜ਼ੀ ਵਨ ਹੁੰਦਾ, ਬਟ ਥੋੜਾ ਜਿਹਾ ਆਪਾਂ ਕਲੀਅਰ ਕਰ ਲਾਂਗੇ ਤਾਂ ਕਿ ਤੁਹਾਨੂੰ ਸਮਝ ਲੱਗ ਜਾਵੇ। ਗਾਇਸ ਹੁਣ ਆਪਾਂ ਲਾਸਟ ਸਟੇਜ ਯਾਨੀ ਕਿ ਓਵਰਆਲ ਦੀ ਗੱਲ ਕਰਦੇ ਹਾਂ। ਦੇਖੋ ਗਾਇਸ ਓਵਰਆਲ ਦੇ ਵਿੱਚ, ਓਵਰਆਲ ਦੇ ਲਈ ਤੁਸੀਂ ਪਹਿਲਾਂ ਦਾ ਇੱਕ ਕਾਮਨ ਲਾਈਨ ਜਿਹੜੀ ਆਪਾਂ ਹੁੱਕ ਲਾਈਨ ਕਹਿ ਦਿੰਦੇ ਆ, ਓਵਰਆਲ ਇਟ ਇਜ਼ ਕਲੀਅਰ ਦੈਟ, ਇਹ ਆਪਾਂ ਪਰਮਾਨੈਂਟਲੀ ਰੱਖ ਸਕਦੇ ਹਾਂ, ਜਾਂ ਫਿਰ ਓਵਰਆਲ ਇਟ ਇਜ਼ ਕ੍ਰਿਸਟਲ ਕਲੀਅਰ ਫਰੋਮ ਦਾ, ਆਪਣੇ ਕੋਲ ਚਾਰਟ ਸੀ, ਫਰੋਮ ਦਾ ਚਾਰਟ ਦੈਟ। ਦੇਖੋ ਗਾਇਸ ਆਪਣਾ ਜਿਹੜਾ ਜੇ ਪ੍ਰੋਸੈਸ ਦੀ ਗੱਲ ਕਰੀਏ, ਇਹ ਸਟਾਰਟ ਹੋਇਆ ਸੀਗਾ ਕਾਫੀ ਬੀਨਸ ਨੂੰ ਪਿਕ ਕਰਨ ਤੋਂ ਲੈ ਕੇ, ਰਾਈਟ। ਫਿਰ ਇਹਦੀ ਲਾਸਟ ਸਟੇਜ ਆ ਉਹ ਕੀ ਆ, ਪੈਕਿੰਗ ਜਾਂ ਫਿਰ ਪੈਕ ਇਨਟੂ ਜਾਰ, ਬੇਸਿਕਲੀ ਪੈਕਿੰਗ ਆ ਹਨਾ। ਸੋ ਆਪਣੇ ਕੋਲ ਜਿਹੜੀਆਂ ਇਹਦੇ ਵਿੱਚ ਟੋਟਲ ਸਟੇजेस ਕਿੰਨੀਆਂ ਕਾਊਂਟ ਕਰੀਏ ਤਾਂ 11 ਸਟੇजेस ਆ, ਰਾਈਟ। ਸੋ ਆਪਾਂ ਇਹਨੂੰ ਕਿਵੇਂ ਲਿਖ ਸਕਦੇ ਆ, ਇਟ ਇਜ਼ ਕ੍ਰਿਸਟਲ ਕਲੀਅਰ ਫਰੋਮ ਦਾ ਚਾਰਟ ਦੈਟ, ਜਾਂ ਇਟ ਇਜ਼ ਕਲੀਅਰ ਦੈਟ this process, ये वाला process मतलब takes 11 stages या फिर steps, right।
ਨੈਕਸਟ ਇੱਕ ਲਾਈਨ ਹੋਰ ਇਹਦੇ ਨਾਲ ਐਡ ਕਰ ਸਕਦੇ ਹਾਂ। ਇਟ ਸਟਾਰਟਸ ਜਾਂ ਬਿਗਿਨਸ with picking of coffee beans। ठीक है जी, स्टार्ट ਹੁੰਦਾ coffee beans ਤੋਂ and ends at packing stage। सो गाइस ਇਹ ਸੀ ਆਪਣਾ ਅੱਜ ਦਾ ਪ੍ਰੋਸੈਸ ਚਾਰਟ, ਯਾਨੀ ਕਿ ਟਾਸਕ 1 ਦਾ ਪ੍ਰੋਸੈਸ ਚਾਰਟ। ਆਈ ਹੋਪ ਕਿ ਤੁਹਾਨੂੰ ਇਹ ਅੰਡਰਸਟੈਂਡ ਹੋ ਗਿਆ ਹੋਗਾ। ਮੈਂ ਬਹੁਤ ਹੀ ਈਜ਼ੀ ਵੇ ਦੇ ਵਿੱਚ ਬਣਾਇਆ ਸੀ ਆਪਣੇ ਵੱਲੋਂ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਵੇ। ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਲਾਈਕ ਜ਼ਰੂਰ ਕਰਿਓ, ਸਬਸਕ੍ਰਾਈਬ ਕਰਿਆ ਕਰੋ ਐਂਡ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਣਾ। ਸੋ ਇਹਦੇ ਨਾਲ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਜਦੋਂ ਤੁਸੀਂ ਮੇਰੇ ਨਾਲ ਜੁੜਦੇ ਹੋ। ਥੈਂਕ ਯੂ ਸੋ ਮਚ ਗਾਇਸ।